ਅੱਛਾ ਆਦਲਚਰ ਸਾਹਿਬ, ਸਾਡਾ ਨਾ ਅਕਸਰ ਘਰਾਂ ਦੇ ਵਿੱਚ ਇੱਕ ਫੈਮਿਲੀ ਫਰੈਂਡ ਹੁੰਦਾ ਕਿ ਜਿਹੜਾ ਸਾਡੇ ਘਰ ਦੇ ਵਿੱਚ ਆ ਜਾ ਸਕਦਾ ਹੈ। ਲੇਕਿਨ ਅੱਜ ਦਾ ਦੌਰ ਐਤਬਾਰ ਦੇ ਵੀ ਕਾਬਲ ਕੋਈ ਨਹੀਂ। ਤੇ ਕਿਆ ਫੈਮਿਲੀ ਫਰੈਂਡ ਹੋਣਾ ਚਾਹੀਦਾ ਹੈ? ਅਗਰ ਹੋ ਸਕਦਾ ਹੈ ਤੇ ਕਿਵੇਂ ਦਾ ਹੋਣਾ ਚਾਹੀਦਾ? ਉਹ ਬੰਦਾ ਕਿਵੇਂ ਦਾ ਹੋਵੇ ਜਿਹਨੂੰ ਅਸੀਂ ਆਪਣੇ ਫੈਮਿਲੀ 'ਚ ਵਾੜ ਸਕੀਏ? ਯਾਰ ਇਹ ਗੱਲ ਜਿਹੜੀ ਹੈ ਨਾ ਹੋਣੀ ਨਹੀਂ ਚਾਹੀਦੀ। ਹੋਣੀ ਹੀ ਨਹੀਂ ਚਾਹੀਦੀ। ਹੋਣੀ ਨਹੀਂ ਚਾਹੀਦੀ। ਮੇਰੀ ਜਿਹੜੀ ਹੋਸ਼ ਹੈ ਉਹਦੇ ਅੰਦਰ ਤਾਂ ਮੈਂ ਇਹ ਸੁਣਿਆ ਕਿ ਦੋਸਤੀ ਜਿਹੜੀ ਹੈ ਨਾ ਘਰ ਦੇ ਦਰਵਾਜ਼ੇ ਤੋਂ ਬਾਹਰ। ਠੀਕ। ਯਾਨੀ ਮੇਰੇ ਜਿਤਨੇ ਵੀ ਦੋਸਤ ਰਹੇ ਨੇ ਵੀ ਦਰਵਾਜ਼ੇ ਦੀ ਦਸਤਕ ਦੇਣਾ ਵੀ ਮੈਨੂੰ ਲੱਗਦਾ ਵੀ ਦੋਸਤ ਲਈ ਮਾਯੂਬ ਹੈ। ਅੱਛਾ। ਹਾਂ, ਕੋਈ ਪਰੇਸ਼ਾਨੀ ਨਹੀਂ ਬਣ ਗਈ, ਕੋਈ ਫੋਤਗੀ ਨਹੀਂ ਹੋਗੀ ਜਾਂ ਕੋਈ ਹੋਰ ਮਸਲਾ ਨਹੀਂ ਹੋ ਗਿਆ। ਅਦਰਵਾਈਜ਼ ਫੈਮਿਲੀ ਦੇ ਅੰਦਰ ਜਿੱਥੇ ਤੁਹਾਡੀਆਂ ਧੀਆਂ ਭੈਣਾਂ ਨੇ ਉੱਥੇ ਕਿਸੇ ਮਰਦ ਦੋਸਤ ਦਾ ਕੋਈ ਕੰਮ। ਸਾਡੇ ਬੜਿਆਂ ਦੇ ਦੌਰ ਦੇ ਅੰਦਰ ਵੀ, ਅਸੀਂ ਪੁਰਾਣੇ ਤਾਲੁਕਾਤ ਦੇ ਅੰਦਰ ਵੀ, ਅੱਜ ਵੀ ਪਿੰਡਾਂ ਦੇ ਅੰਦਰ ਦੇਖਿਆ ਕਿ ਲੋਕ ਘਰਾਂ ਦੇ ਵਿੱਚ ਬਿਲਕੁਲ ਈਜ਼ੀਲੀ ਆ ਜਾਂਦੇ, ਲੇਕਿਨ ਉੱਥੇ ਮਸਲੇ ਵੀ ਕੋਈ ਨਹੀਂ ਹੁੰਦੇ। दीवारें छोटी होती थी लेकिन पर्दा होता था। हाँ। ताले की ईजाद से पहले सिर्फ भरोसा होता था। ਜ਼ਬਰਦਸਤ। ਉਦੋਂ ਨਾ ਇਹ ਨੈਟ ਨਹੀਂ ਸੀ ਹੁੰਦਾ, ਉਦੋਂ ਇਹ ਕੇਬਲ ਨਹੀਂ ਸੀ ਹੁੰਦੀ, ਉਦੋਂ ਇਤਨੀ ਬੱਚੀਆਂ ਜਿਹੜੀਆਂ ਨੇ ਉਹ ਕਾਫੀ ਟਾਈਮ ਤੋਂ ਬਾਅਦ ਉਹਨਾਂ ਜੋ ਸਿੱਖਣਾ ਹੁੰਦਾ ਸੀ ਮਾਂ ਕੋਲੋਂ ਸਿੱਖਣਾ ਹੁੰਦਾ ਸੀ। ਸਹੀ। ਪਿਓ ਉਹਨਾਂ ਦਾ ਸਭ ਤੋਂ ਵੱਡਾ ਆਈਡੀਅਲ ਹੁੰਦਾ ਸੀ। ਬਿਲਕੁਲ ਠੀਕ ਹੈ। ਹੁਣ ਸਾਡੇ ਜਿਹੜੇ ਡਰਾਮੇ ਲੱਗਦੇ ਨੇ ਉਹਨਾਂ ਅੰਦਰ ਵੀ ਮੁਹੱਬਤ ਦੀਆਂ ਦਾਸਤਾਨਾਂ, ਮੁਹੱਬਤ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ, ਨਾਵਲ ਅਖਬਾਰਾਂ ਬੱਚੀਆਂ ਤੋਂ ਦੂਰ ਹੁੰਦੇ ਸਨ। ਠੀਕ ਹੈ। ਫਿਰ ਇਸ ਤਰ੍ਹਾਂ ਦੇ ਵਾਕਿਆ ਰੂਨੁਮਾ ਨਹੀਂ ਸੁਣਾਉਂਦੇ ਤੇ ਉਹ ਵੀ ਜਿਹੜੇ ਲੋਕ ਆਉਂਦੇ ਸਨ ਉਹ ਵੀ ਆ ਕੇ ਵਿਹੜੇ ਦੇ ਅੰਦਰ ਲੱਗੀਆਂ ਹੋਈਆਂ ਮੰਜੀਆਂ ਤੇ ਬਹਿੰਦੇ ਸਨ, ਨਾ ਕਿ ਜਨਾਨੀਆਂ ਕੋਲ ਬਹਿੰਦੇ ਸਨ। ਹੁਣ ਤੇ ਅੱਜ ਵੀ ਗਰਾਵਾਂ 'ਚ ਤੇ ਵਿਹੜੇ ਹਨ, ਲੇਕਿਨ ਸ਼ਹਿਰਦਾਰੀ ਦੇ ਅੰਦਰ ਕਮਰੇ ਰਹਿ ਗਏ ਨੇ ਔਰ ਕਮਰਿਆਂ 'ਚ ਧੀਆਂ ਭੈਣਾਂ ਦੇ ਵਿੱਚ ਕਿਸੇ ਪਰਾਏ ਨੂੰ ਲਿਆ ਕੇ ਬਾਲਣਾ ਮੈਂ ਇਸ ਵਕਤ ਸਮਝਣਾ ਕਿ ਤੁਸੀਂ ਅਹਿਮਕਾਨਾ ਗਲਤੀ ਕਰਸੋ। ਤੁਹਾਡਾ ਸੱਜਣ ਹੈ ਕੋਈ, ਜਿਤਨਾ ਮਰਜ਼ੀ ਉਹ ਨੇਕ ਹੈ, ਜਿਤਨਾ ਮਰਜ਼ੀ ਉਹ ਪਾਕ ਹੈ, ਵੀ ਦਿਲ ਦੇ ਅੰਦਰ ਸ਼ੈਤਾਨ ਹੁੰਦਿਆਂ ਦੇਰ ਨਹੀਂ ਲੱਗਦੀ। ਫਿਰ ਤੁਸੀਂ ਉਸ ਰਿਸ਼ਤੇ ਤੋਂ ਵੀ ਜਾਂਦੇ ਹੋ ਤਾਂ ਆਪਣੀ ਇੱਜ਼ਤ ਤੋਂ ਵੀ ਜਾਂਦੇ ਹੋ। ਲਿਹਾਜ਼ਾ ਦੋਸਤੀ ਜਿਹੜੀ ਹੈ ਉਹ ਵਿਹੜੇ 'ਚੋਂ ਬਾਹਰ। ਬਿਲਕੁਲ ਸਹੀ, ਯਾਨੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਅੱਗੇ ਘਰਾਂ ਦਾ ਸਿਸਟਮ ਵੀ ਐਸਾ ਹੁੰਦਾ ਸੀ ਕਿ ਬਿਠਾਇਆ ਜਾ ਸਕਦਾ। ਉਹ ਬੈਠਕ ਹੁੰਦੀਆਂ ਸਨ ਨਾ, ਉਹ ਬਾਬੇ ਹੁੱਕਾ ਪੀਂਦੇ ਸਨ, ਭਾਈਏ ਬਹਿੰਦੇ ਸਨ, ਗੱਪਾਂ ਲੱਗਦੀਆਂ ਸਨ। ਛੋਟੇ ਤੋਂ ਲੈ ਕੇ ਵੱਡਾ ਉਸ ਚੌਕਟੇ ਦੇ ਅੰਦਰ ਬਹਿੰਦਾ ਸੀ। ਬਿਲਕੁਲ। ਮੰਜਾ ਲੱਗਿਆ ਹੁੰਦਾ ਸੀ, ਮੰਜਾ ਨਹੀਂ ਤਾਂ ਦਰੀ ਲੱਗੀ ਹੁੰਦੀ ਸੀ। ਫਿਰ ਘਰ ਦੀ ਵਡੇਰੀ ਵੱਡਕੀ ਜਿਹੜੀ ਹੁੰਦੀ ਸੀ ਉਹ ਪਾਣੀ ਚਾਹ ਦਿੰਦੀ ਸੀ, ਜਿਹਦਾ ਜਿਹੜਾ ਹੈ ਕਿ ਉਹਦੀ ਉਮਰ ਵੀ ਗੁਜ਼ਰ ਗਈ ਹੁੰਦੀ ਸੀ। ਧੀਆਂ ਅੱਧੋਂ ਹੀ ਪਰਦਿਆਂ 'ਚ ਹੁੰਦੀਆਂ ਸਨ। ਬਿਲਕੁਲ ਠੀਕ ਹੈ। ਔਰ ਹੁਣ ਤੇ ਕਜ਼ਨਾਂ ਨੂੰ ਨਾਂ ਤੋਂ ਬੁਲਾਉਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ। ਤਾਂ ਉਸ ਟਾਈਮ ਚਾਹੇ ਕਜ਼ਨ ਚਾਚੇ ਦਾ ਪੁੱਤਰ ਹੈ, ਚਾਹੇ ਮਾਮੇ ਦਾ, ਚਾਹੇ ਮਾਸੀ ਦਾ, ਉਹਨੂੰ ਭਾਈਜਾਨ ਕਿਹਾ ਜਾਂਦਾ ਸੀ। ਅਕਸਰ ਇੱਦਾਂ ਹੁੰਦਾ ਸੀ ਕਿ ਸ਼ਾਦੀਆਂ ਜਿਹੜੇ ਆਪਸ ਵਿੱਚ ਹੋ ਜਾਂਦੀਆਂ ਸਨ ਉਸ ਤੋਂ ਬਾਅਦ ਵੀ ਉਹ ਬੱਚੀਆਂ ਦੇ ਵਾਕਿਆ ਸੁਣਾਏ ਜਾਂਦੇ ਕਿ ਉਸ ਤੋਂ ਬਾਅਦ ਵੀ ਉਹਨਾਂ ਨੂੰ ਭਾਈਜਾਨ ਕਹਿ ਦਿੰਦੀਆਂ ਸਨ ਤੇ ਲੋਕ ਹੱਸਦੇ ਸਨ। ਔਰ ਇਹ ਗੱਲਾਂ ਦਾਦੀਆਂ ਅੱਜ ਵੀ ਆਪਣੇ ਬੱਚਿਆਂ ਨੂੰ ਸੁਣਾਉਂਦੀਆਂ ਕਿ ਤੁਹਾਡੇ ਦਾਦੇ ਨੂੰ ਮੈਂ 6 ਮਹੀਨੇ ਤੱਕ ਭਾਈਜਾਨ ਕਹਿ ਦਿੰਦੀ ਹੁੰਦੀ ਸਾਂ, ਉਸ ਤੋਂ ਬਾਅਦ ਮੈਨੂੰ ਆਦਤ ਪਈ ਕਿ ਮੈਨੇ ਨਿੰਦਾ ਬੁਲਾਉਣਾ। ਯਾਨੀ ਉਸ ਵਕਤ ਔਰ ਇਸ ਐਰੇ ਦੇ ਅੰਦਰ ਜ਼ਮੀਨ ਆਸਮਾਨ। ਹੁਣ AI ਦਾ ਦੌਰ ਆ ਗਿਆ, ਬੱਚੇ ਜਲਦੀ ਜਵਾਨ ਹੋ ਜਾਂਦੇ ਨੇ, ਮਾਸ਼ਰੇ ਦੇ ਅੰਦਰ ਜਿਹੜੀਆਂ ਚੀਜ਼ਾਂ ਨੂੰ ਜਲਦੀ ਐਕਸਪਲੋਰ ਕਰ ਲੈਂਦੇ, ਫਿਰ ਉਹਦੇ ਨਾਲ ਵਾਕਿਆ ਨੂੰ ਨਮਾ ਹੋਣਾ ਸ਼ੁਰੂ ਹੁੰਦੇ ਨੇ। ਤੇ ਲਿਹਾਜ਼ਾ ਆਪਣੀ ਧੀ ਭੈਣ ਕੋਲ ਕਿਸੇ ਵੀ ਐਸੇ ਦੋਸਤ ਨੂੰ ਜਾਂ ਕਿਸੇ ਵੀ ਐਸੇ, ਉਹ ਬੇਸ਼ੱਕ ਨੇਕ ਹੋਵੇ, ਪੈਰੋਕਾਰ ਹੋਵੇ, ਲੇਕਿਨ ਮੈਂ ਮੁਨਾਸਬ ਨਹੀਂ ਸਮਝਦਾ।